ਮੈਨੂੰ ਲੱਗਦਾ ਵੀ ਮੈਂ ਉਹ ਅਚੀਵ ਨਹੀਂ ਕਰ ਸਕਿਆ ਲਾਈਫ ਦੇ ਵਿੱਚ ਜਾਂ ਅਚੀਵ ਨਹੀਂ ਕਰ ਸਕੀ ਜਿੱਥੇ ਤੱਕ ਮੈਂ ਪਹੁੰਚਣਾ ਚਾਹੁੰਦਾ ਸੀ। We make a mistake of identifying our identity around our job. But आज job है, कल नहीं, फिर ਕੀ ਹੋਗਾ? Then you're lost. ਕੋਈ ਇਨਸਾਨ ਹੈ ਜਿਹੜਾ ਇਸ ਸਮੇਂ ਆਪਣੀ ਕਨਵਰਸੇਸ਼ਨ ਸੁਣ ਰਿਹਾ ਹੈ ਨਾ, ਉਹਨੂੰ ਸੱਚਮੁੱਚ ਲੱਗਦਾ ਵੀ ਹਾਂ ਮੈਂ ਵੀ ਇਹੀ ਫੀਲ ਕਰ ਰਿਹਾ ਵੀ ਮੈਂ ਕੀ ਕੀਤਾ ਲਾਈਫ ਦੇ ਵਿੱਚ। ਕਈ ਵਾਰੀ ਹੁੰਦਾ ਨਾ ਆਪਾਂ 40-50 ਦੀ ਏਜ 'ਚ ਆ ਕੇ ਆਪਣੀ ਲਾਈਫ ਦਾ, ਜਿਵੇਂ ਤੁਸੀਂ ਸੈਲਫ ਐਨਾਲਿਸਿਸ ਕਿਹਾ, ਉਹ ਕਰਨਾ ਸ਼ੁਰੂ ਕਰਦੇ ਹਾਂ। ਫਿਰ ਆਪਾਂ ਦੇਖਦੇ ਹਾਂ ਵੀ ਲੇਖਾ ਜੋਖਾ ਕੀਤਾ ਕਿ ਕਿਆ ਖੋਇਆ, ਕਿਆ ਪਾਇਆ, ਕਿਆ ਗਵਾਇਆ। ਕਦੇ ਦੇਖਿਆ ਹੀ ਨਹੀਂ, ਮੈਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਮੇਰੇ ਜਿਹੜੀ ਅੰਦਰਲੀ ਖੁਸ਼ੀ ਹੈਗੀ ਹੈ ਉਹ ਕਿਹਦੇ ਵਿੱਚ ਹੈਗੀ ਹੈ। ਸੋ ਉਹ ਇਨਸਾਨ ਜਿਹੜਾ ਇਸ ਵੇਲੇ ਸਟਕ ਹੋਇਆ ਉਹ ਕਿਹੜੇ ਸਟੈਪ ਲਵੇ ਜੀ ਉਸ ਚੀਜ਼ 'ਚੋਂ ਬਾਹਰ ਨਿਕਲਣ ਵਾਸਤੇ, ਤਾਂ ਕਿ ਉਹ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਉਹਨੂੰ ਇੰਜੋਏ ਕਰ ਸਕੇ। And the illusion of safety and comfort is an illusion, like to put it simply. Yes. So you have to make yourself stable, make your emotions stable, and there's ways to do that. And then ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜਦ ਤੱਕ ਤੁਹਾਡੇ ਅੰਦਰ ਸੁੱਖ ਨਹੀਂ ਹੈ, ਤੁਸੀਂ ਬਾਹਰ ਕਿਤੇ ਵੀ ਨਹੀਂ ਲੱਭ ਲਓ ਸੁੱਖ, ਉਹ ਨਹੀਂ ਮਿਲੇਗਾ ਤੁਹਾਨੂੰ। It has to come from within. The search has to start with you and end with you. ਜਦੋਂ ਸਕਸੈਸ ਆਉਂਦਾ, ਦੇਖੋ ਜੀ ਮੈਂ ਕਿੰਨਾ ਵਧੀਆ EMPLOYEE ਆ, ਫਿਰ ਜਦੋਂ ਕੁਝ ਫੇਲ ਹੁੰਦਾ, ਯਾਰ ਰੱਬ ਤੁਸੀਂ ਐਂ ਕਿਉਂ ਕੀਤਾ? then you're giving the credit to ਰੱਬ ਕਿ ਸਕਸੈਸ ਆਸਤੇ ਵੀ ਰੱਬ ਨੂੰ ਦਿਓ ਕ੍ਰੈਡਿਟ। ਇਹੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਜਿਹੜਾ ਫਿਰ ਡਰ ਹੈ, ਉਹ ਡਰ ਦੇ ਉੱਤੇ ਫਿਰ ਆਪਾਂ ਕਿਵੇਂ ਕਾਬੂ ਪਾ ਸਕਦੇ? ਇਹ ਮਨ ਜੀਤੇ ਜਗ ਜੀਤ। ਜੋ ਮੈਂ ਕਰਨਾ ਮੈਂ ਚੱਜ ਨਾਲ ਕਰਨਾ, ਨਹੀਂ ਮੈਂ ਨਹੀਂ ਕਰਨਾ। ਜੇ ਤੁਸੀਂ ਸ਼ਾਰਟਕਟ ਮਾਰ ਰਹੇ, ਰੱਬ ਨੂੰ ਵੀ ਪਤਾ ਤੁਸੀਂ ਸ਼ਾਰਟਕਟ ਮਾਰ ਰਹੇ, ਅੱਗੇ ਤੁਹਾਡੀ ਵਾਰੀ ਨਹੀਂ ਆਉਣੀ। ਜਿਹੜਾ ਬੰਦਾ ਓਨੈਸਟ ਬੰਦਾ ਹੈ ਉਹ ਸਭ ਰੈਕਗਨਾਈਜ਼ ਕਰਦੇ, ਚਾਹੇ ਤੁਹਾਡੇ ਮੂੰਹ ਤੇ ਨਾ ਬੋਲੇ। ਟਰੂ। Everybody knows an honest worker as opposed to not an honest worker, so you have to do your part with integrity and discipline and leave the rest to God. ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਬਾਰੇ ਗੱਲ ਕਰੀਏ ਤਾਂ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਮੇਰੇ ਕੋਲ ਹਰ ਚੀਜ਼ ਹੈਗੀ ਹੈ। ਮੇਰੇ ਕੋਲ ਮੇਰਾ ਪਰਿਵਾਰ ਹੈ, ਮੇਰੇ ਕੋਲ ਉਹ ਜੌਬ ਹੈ ਜਿਹਦੇ ਵਾਸਤੇ ਮੈਂ ਪੜ੍ਹਾਈ ਕੀਤੀ, ਜਿਹਦੇ ਵਾਸਤੇ ਮੈਂ ਇੰਨੀ ਮਿਹਨਤ ਕੀਤੀ, ਉਹ ਜੌਬ ਵੀ ਮੇਰੇ ਕੋਲ ਹੈਗੀ ਹੈ। ਮੇਰੇ ਕੋਲ ਚੰਗਾ ਬੈਂਕ ਬੈਲੈਂਸ ਵੀ ਹੈਗਾ। ਸਾਰੀਆਂ ਚੀਜ਼ਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਚੱਲ ਰਹੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਜ਼ਿੰਦਗੀ ਦੇ ਵਿੱਚ ਖਾਲੀਪਨ ਜਿਹੜਾ ਹੈ ਉਹ ਮਹਿਸੂਸ ਹੋ ਰਿਹਾ। ਇਹ ਸਵਾਲ ਕਦੇ ਨਾ ਕਦੇ ਤੁਹਾਡੇ ਮਨ ਦੇ ਵਿੱਚ ਵੀ ਜ਼ਰੂਰ ਆਇਆ ਹੋਣਾ, ਚਾਹੇ ਤੁਸੀਂ ਕਿਸੇ ਵੀ ਮੁਕਾਮ ਦੇ ਉੱਤੇ ਹੈਗੇ ਹੋ, ਚਾਹੇ ਬਹੁਤ ਸਕਸੈਸਫੁਲ ਹੋ, ਬਿਜ਼ਨਸਮੈਨ ਹੋ, ਕੋਈ ਕੰਮ ਕਰਨ ਵਾਲੇ ਹੋ, ਵਰਕਰ ਹੋ, ਹਰ ਇੱਕ ਦੇ ਜ਼ਿਹਨ ਦੇ ਵਿੱਚ ਕਦੇ ਨਾ ਕਦੇ ਇਹ ਗੱਲ ਜ਼ਰੂਰ ਆਉਂਦੀ ਹੈ ਵੀ ਮੈਨੂੰ ਨਾ ਬੜਾ ਖਾਲੀ ਮਹਿਸੂਸ ਹੁੰਦਾ। ਮੈਨੂੰ ਲੱਗਦਾ ਵੀ ਮੈਂ ਉਹ ਅਚੀਵ ਨਹੀਂ ਕਰ ਸਕਿਆ ਲਾਈਫ ਦੇ ਵਿੱਚ ਜਾਂ ਅਚੀਵ ਨਹੀਂ ਕਰ ਸਕੀ ਜਿੱਥੇ ਤੱਕ ਮੈਂ ਪਹੁੰਚਣਾ ਚਾਹੁੰਦਾ ਸੀ। ਅੱਜ ਇਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਨੇ, ਕਿਉਂਕਿ ਜਦੋਂ ਅਸੀਂ ਵੱਡੇ ਹੁੰਦੇ ਹਾਂ, ਸਾਡੇ ਬੈਕ ਆਫ ਦ ਮਾਈਂਡ ਇੱਕ ਜਿਹੜਾ ਕੁਆਇਟ ਬਿਲੀਫ ਹੈਗਾ ਉਹ ਇਹ ਚੱਲਦਾ ਰਹਿੰਦਾ ਵੀ ਜ਼ਿੰਦਗੀ ਬਾਰੇ ਨਾ ਅਸੀਂ ਬੜੀ ਜਲਦੀ ਫਿਗਰ ਆਊਟ ਕਰ ਲਈਏ। ਸਾਡੀ ਸਭ ਦੀ ਇਹ ਖਾਹਿਸ਼ ਹੁੰਦੀ ਹੈ ਵੀ ਬੜੀ ਜਲਦੀ ਸਾਨੂੰ ਜ਼ਿੰਦਗੀ ਬਾਰੇ ਸਾਰਾ ਕੁਝ ਸਮਝ ਆ ਜਾਏ, ਅਸੀਂ ਕਰੀਅਰ ਪਿਕ ਕਰ ਲਈਏ, ਅਸੀਂ ਉਹ ਰਸਤਾ ਆਪਣੇ ਲਈ ਇੱਕ ਚੁਣ ਲਈਏ ਜਿਹੜਾ ਸਾਨੂੰ ਚਾਹੀਦਾ, ਉਹਦੇ ਆਲੇ ਦੁਆਲੇ ਅਸੀਂ ਆਪਣੀ ਲਾਈਫ ਬਿਲਡ ਕਰ ਲਈਏ ਅਤੇ ਫਿਰ ਉੱਥੇ ਹੀ ਰਹੀਏ। ਫਿਰ ਬਹੁਤ ਦੇਰ ਜਦੋਂ ਅਸੀਂ ਕੋਈ ਇੱਕ ਚੀਜ਼ ਕਰਦੇ ਰਹਿੰਦੇ ਹਾਂ, ਸਾਨੂੰ ਲੱਗਦਾ ਵੀ ਠੀਕ ਹੈ ਹੁਣ ਅਸੀਂ ਕੰਫਰਟੇਬਲ ਹੋ ਗਏ, ਹੁਣ ਸਾਨੂੰ ਇੱਕ ਡਾਇਰੈਕਸ਼ਨ ਮਿਲ ਗਈ। ਪਰ ਕਈ ਵਾਰੀ ਫਿਰ ਕੀ ਹੁੰਦਾ, ਜਿਹੜੀ ਜੌਬ ਵਾਸਤੇ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਉਹ ਤੁਹਾਨੂੰ ਆਪਣੇ ਰੂਟੀਨ ਦਾ ਇੱਕ ਹਿੱਸਾ ਲੱਗਣ ਲੱਗ ਜਾਂਦੀ ਹੈ। ਜਾਂ ਫਿਰ ਜਿਹੜੀ ਆਈਡੈਂਟੀਟੀ ਨੂੰ ਬਣਾਉਣ ਵਾਸਤੇ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਬਸ ਆਹੀ ਹੈ, ਹੁਣ ਬਸ ਜਿਹੜੀ ਚੀਜ਼ ਮੈਂ ਅਚੀਵ ਕਰ ਲਈ, ਹੁਣ ਅੱਗੇ ਕੀ ਮੈਂ ਇਹੀ ਕਰਨਾ ਹੁਣ ਸਾਰੀ ਉਮਰ? ਇਹੋ ਜਿਹੀਆਂ ਫੀਲਿੰਗਸ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦੀਆਂ ਨੇ। ਸੋ ਅੱਜ ਇਸ ਫੀਲਿੰਗ ਬਾਰੇ ਗੱਲਬਾਤ ਕਰਨੀ ਹੈ, ਕਿਉਂਕਿ ਬਹੁਤੀ ਵਾਰੀ ਅਸੀਂ ਕੀ ਕਰਦੇ ਹਾਂ, ਜਦੋਂ ਇਸ ਤਰ੍ਹਾਂ ਦੀ ਆਵਾਜ਼ ਸਾਡੇ ਅੰਦਰੋਂ ਆਉਂਦੀ ਹੈ ਅਸੀਂ ਉਹਨੂੰ ਪੁਸ਼ ਡਾਊਨ ਕਰ ਦਿੰਦੇ ਹਾਂ ਵੀ ਕੋਈ ਨਹੀਂ। ਜੇ ਕੋਈ ਆਵਾਜ਼ ਸਾਡੇ ਅੰਦਰੋਂ ਇਹ ਆਈ ਵੀ ਨਹੀਂ ਇਹ ਨਾ ਹੁਣ ਜੌਬ ਰੂਟੀਨ ਜਿਹਾ ਲੱਗਣ ਲੱਗ ਗਈ ਹੈ, ਹੁਣ ਕੁਛ ਵੱਖਰਾ ਕਰਨ ਦਾ ਦਿਲ ਕਰਦਾ, ਫਿਰ ਅਸੀਂ ਸੋਚਦੇ ਹਾਂ ਲੋਕਾਂ ਨੇ ਕੀ ਕਹਿਣਾ। ਹੁਣ ਉਮਰ ਦੇ ਇਸ ਪੜਾਅ ਦੇ ਉੱਤੇ ਆ ਕੇ ਜੇ ਮੈਂ ਆਪਣੀ ਜੌਬ ਚੇਂਜ ਕਰ ਲਈ, ਜੇ ਮੈਂ ਕੋਈ ਆਪਣੀ ਹੌਬੀ ਨਵੀਂ ਡਿਵੈਲਪ ਕਰ ਲਈ, ਹੌਬੀਜ਼ ਤਾਂ ਅਸੀਂ ਬੜੇ ਮਾਹਿਰ ਹਾਂ ਆਪਣੀਆਂ ਹੌਬੀਜ਼ ਨੂੰ ਮਾਰਨ ਵਾਸਤੇ, ਜਿਹੜੇ ਖਾਸ ਤੌਰ 'ਤੇ ਪੰਜਾਬੀ ਲੋਕ ਹਾਂ। ਅਸੀਂ ਕਹਿੰਦੇ ਹਾਂ ਲੋਕਾਂ ਨੇ ਕੀ ਸੋਚਣਾ, ਕਦੇ ਇਸ ਡਰੋਂ ਕਿ ਅਸੀਂ ਫੇਲ ਨਾ ਹੋ ਜਾਈਏ ਜੇ ਅਸੀਂ ਕੁਛ ਨਵਾਂ ਟਰਾਈ ਕਰਾਂਗੇ। ਇਸ ਡਰ ਤੋਂ ਅਸੀਂ ਉਹ ਆਪਣੀਆਂ ਜਿਹੜੀਆਂ ਖਵਾਹਿਸ਼ਾਂ ਨੇ ਕਈ ਵਾਰੀ ਦਬਾ ਦਿੰਦੇ ਹਾਂ ਅਤੇ ਫਿਰ ਸਾਨੂੰ ਲੱਗਦਾ ਵੀ ਅਸੀਂ ਅੰਦਰੋਂ ਖਾਲੀ ਹਾਂ।
ਇਸ ਚੀਜ਼ ਬਾਰੇ ਬਹੁਤੀ ਗੱਲ ਕਰਦੇ ਨਹੀਂ, ਪਰ ਅੱਜ ਇਸੇ ਚੀਜ਼ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਬੀਬਾ ਅੰਮ੍ਰਿਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਜਿਹੜੇ ਪੇਸ਼ੇ ਵਜੋਂ ਇੱਕ ਆਰਕੀਟੈਕਟ ਵੀ ਨੇ, ਐਡਵਾਂਸਡ ਪ੍ਰੈਕਟੀਸ਼ਨਰ ਵੀ ਨੇ, ਗੁਰਬਾਣੀ ਦੇ ਸਪਿਰਿਚੁਅਲ ਗੱਲਾਂ ਬਾਤਾਂ ਕਰਦੇ ਨੇ, ਤੇ ਕਾਫੀ ਅਵਾਰਡਸ ਇਹਨਾਂ ਨੂੰ ਮਿਲੇ ਹੋਏ ਨੇ ਬਿਜ਼ਨਸ ਦੇ ਵਿੱਚ ਵੀ। ਜਿਹੜੇ ਖਾਸ 2 ਅਵਾਰਡਸ ਇਹਨਾਂ ਨੂੰ ਮਿਲੇ ਨੇ, ਇਮੀਗ੍ਰੈਂਟ ਬਿਜ਼ਨਸ ਆਫ ਦਾ ਈਅਰ ਐਥੋਸ ਬਿਜ਼ਨਸ ਕੌਂਸਲ ਆਫ BC ਵੱਲੋਂ, ਤੇ ਵਿਨਰ ਬਿਜ਼ਨਸ ਆਫ ਦਾ ਈਅਰ ਬਾਈ ਸਰੀ ਬੋਰਡ ਆਫ ਟ੍ਰੇਡ ਇਹਨਾਂ ਨੂੰ ਮਿਲ ਚੁੱਕਿਆ। ਆਪਣੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਬਹੁਤ ਮੁਹਾਰਤ ਰੱਖਦੇ ਨੇ, ਉਹਦੇ ਨਾਲ ਸਪਿਰਿਚੁਅਲਿਟੀ ਦੀ ਜਦੋਂ ਗੱਲ ਆਉਂਦੀ ਹੈ, ਮੈਂ ਇਹਨਾਂ ਨੂੰ ਕਿਸੇ ਪਾਰਟੀ ਦੇ ਵਿੱਚ ਮਿਲੀ ਸੀ ਤਾਂ ਮੈਨੂੰ ਅੰਮ੍ਰਿਤ ਦੀਆਂ ਗੱਲਾਂ ਨੇ ਇੰਨਾ ਪ੍ਰਭਾਵਿਤ ਕੀਤਾ, ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ ਵੀ ਜ਼ਰੂਰ ਇਹਨਾਂ ਦੀ ਗੱਲਬਾਤ ਕਰਾਵਾਂ ਤੇ ਤੁਹਾਨੂੰ ਆ ਕੇ ਦੱਸ ਸਕਣ ਜ਼ਿੰਦਗੀ ਦੇ ਅਸਲ ਮਾਇਨੇ ਹੈ ਕੀ ਨੇ। ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਸਟਕ ਹੋ ਗਏ ਸ਼ਾਇਦ, ਜਾਂ ਇਹ ਸਵਾਲ ਸਾਡੇ ਮਨ ਦੇ ਵਿੱਚ ਬੜੀ ਵਾਰੀ ਆਉਂਦਾ, ਹੁਣ ਨੈਕਸਟ ਕੀ ਹੈ, ਹੁਣ ਅੱਗੇ ਮੈਂ ਕੀ ਕਰਨਾ, ਕਿ ਮੈਂ ਸਾਰੀ ਉਮਰ ਇਹੀ ਕੁਝ ਕਰਦੇ ਰਹਿਣਾ ਜੋ ਮੈਂ ਕਰ ਰਿਹਾ ਜਾਂ ਕਰ ਰਹੀ ਹਾਂ। ਉਸ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਏ, ਸਪਿਰਿਚੁਅਲਿਟੀ ਦੇ ਨਾਲ ਜਾਂ ਆਪਣੇ ਥਾਟਸ ਦੇ ਨਾਲ ਜ਼ਿੰਦਗੀ ਨੂੰ ਖੂਬਸੂਰਤ ਵੀ ਬਣਾਇਆ ਜਾ ਸਕਦਾ। ਅੱਜ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਪਰ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਅੰਮ੍ਰਿਤ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਥੈਂਕ ਯੂ ਜੈਸਮੀਨ, ਸੋ ਨਾਈਸ ਟੂ ਬੀ ਹੇਅਰ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਬਾਰੇ ਮੈਂ ਇਹ ਸੋਚਿਆ। ਇਹ ਤੁਹਾਡੀ ਵਡਿਆਈ ਹੈ that you thought of calling me here, and I am very excited to discuss Yes. this. This is my passion project. ਬਿਲਕੁਲ ਬਿਲਕੁਲ। ਐਂਡ ਜਿਹੜੇ ਸਵਾਲ ਵੀ ਅੰਮ੍ਰਿਤ ਆਪਾਂ ਡਿਸਕਸ ਕਰ ਰਹੇ ਸੀ ਆਫ ਏਅਰ ਵੀ, ਜਦੋਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਇੰਨਾ ਪ੍ਰੈਸ਼ਰ ਆ ਜਾਂਦਾ ਹੈ ਨਾ, ਕਈ ਵਾਰੀ ਆਪਾਂ ਸੋਚਦੇ ਹਾਂ ਵੀ ਇੱਕ ਚੀਜ਼ ਅਸੀਂ ਪਿਕ ਕਰ ਲਈ, ਕੋਈ ਵੀ ਚੀਜ਼ ਹੋ ਸਕਦੀ ਹੈ, ਉਹ ਤੁਹਾਡੀ ਜੌਬ ਹੋ ਸਕਦੀ ਹੈ, ਉਹ ਤੁਹਾਡਾ ਕਰੀਅਰ ਹੋ ਸਕਦਾ ਹੈ, ਜ਼ਿੰਦਗੀ 'ਚ ਕੋਈ ਰਿਸ਼ਤਾ ਹੋ ਸਕਦਾ। ਅਸੀਂ ਸੋਚਦੇ ਹਾਂ ਵੀ ਇੱਕ ਚੀਜ਼ ਮੈਂ ਪਿਕ ਕਰ ਲਈ, ਹੁਣ ਸਾਰੀ ਜ਼ਿੰਦਗੀ ਨਾ ਮੈਂ ਬਸ ਇਹਦੇ ਨਾਲ ਹੀ ਗਲੂ ਹੋ ਗਿਆ, ਸਟਕ ਹੋ ਗਿਆ ਪੂਰੀ ਜ਼ਿੰਦਗੀ। ਇਹ ਪ੍ਰੈਸ਼ਰ ਹੁੰਦਾ ਜੀ, ਕੀ ਹੁੰਦਾ, ਤੁਸੀਂ ਇਹਨੂੰ ਕਿਵੇਂ ਡਿਫਾਈਨ ਕਰੋਗੇ? ਦੇਖੋ, ਸਾਰਿਆਂ ਦੀ ਲਾਈਫ ਬਹੁਤ ਡਿਫਰੈਂਟ ਹੁੰਦੀ ਹੈ। ਜੋ ਇੱਕ ਬੰਦੇ ਦੀ ਲਾਈਫ ਲਈ ਠੀਕ ਹੈ, ਉਹ ਜ਼ਰੂਰੀ ਨਹੀਂ ਤੁਹਾਡੇ ਲਈ ਠੀਕ Yeah. ਹੈ। ਤੇ ਆਪਾਂ ਨੂੰ ਬਚਪਨ ਤੋਂ ਪਹਿਲੀ ਚੀਜ਼ ਸਿਖਾਈ, ਅੱਛਾ ਜੀ ਤੁਸੀਂ ਵੱਡੇ ਹੋ ਕੇ ਕੀ ਬਣਨਾ, ਯਾ ਐਂਡ ਆਲ ਆਰ ਲਾਈਫ ਵਰ ਚੇਸਿੰਗ ਕਿ ਮੈਂ ਬਣਨਾ ਹੈ। ਇਹ ਕਦੇ ਕੋਈ ਨਹੀਂ ਪੁੱਛਦਾ ਕਿ ਤੁਹਾਨੂੰ ਕੀ ਅੱਛਾ ਲੱਗਦਾ, ਤੁਸੀਂ ਹੋ ਕੌਣ। ਅੰਦਰ ਨਹੀਂ ਦੇਖਦੇ ਆਪਾਂ, ਬਾਹਰ ਦੇਖਦੇ ਕਿ ਉਹ ਬੰਦਾ ਠੀਕ ਕਰ ਰਿਹਾ, ਮੈਂ ਉਹਦੇ ਵਰਗਾ ਬਣਨਾ। ਯੈਸ। ਪਰ ਮੇਰੀ ਸਕਿੱਲਸ ਜਾਂ ਮੇਰੇ ਮਾਈਂਡਸੈਟ ਬਿਲਕੁਲ ਡਿਫਰੈਂਟ ਹੋ, ਤੇ ਮੈਂ ਆਪਣੇ ਆਪ ਨੂੰ ਨਾ ਡਿਸਕਵਰ ਕਰ ਪਾਂ। ਆਈ ਥਿੰਕ ਦੈਟ ਇਜ਼ ਦ ਗੈਪ। ਐਂਡ ਐਜ਼ ਅ ਸੋਸਾਇਟੀ ਵੀ ਲਵ ਲੇਬਲਸ। ਯੈਸ। ਵੀ ਲਵ ਲੇਬਲਸ। ਹੁਣ ਮੈਨੂੰ ਕੋਈ ਕਹਿ ਦੇ ਜੈਸਮਿਨ ਇਜ਼ ਅ ਰੇਡੀਓ ਹੋਸਟ, ਮੇਰੇ ਦਿਮਾਗ 'ਚ ਪੜ ਗਈ, ਅੱਛਾ ਜੈਸਮਿਨ ਇਜ਼ ਅ ਰੇਡੀਓ ਹੋਸਟ, ਮੈਂ ਉਹਨੂੰ ਇਹ ਸ਼ੈਲਫ 'ਚ ਪਾ ਦੇਣਾ। ਠੀਕ ਹੈ। ਹੁਣ ਕੱਲ ਜੈਸਮਿਨ ਆ ਕੇ ਬੋਲੇ ਨਹੀਂ ਜੀ ਮੈਂ ਰੇਡੀਓ ਹੋਸਟ ਤੇ ਮੈਂ ਆਰਟਿਸਟ ਵੀ ਹਾਂ। ਅੱਛਾ, ਉਹ ਨਾਓ 2 ਸ਼ੈਲਫ ਬਣ ਗਏ ਜੈਸਮਿਨ ਦੇ। ਨਹੀਂ ਮੈਂ ਇੱਕ personal trainer ਵੀ ਹਾਂ, whatever, I'm just making stuff up. And now you're just like confused, you know. Our brain wants patterns. We want the world to be organized. And ਆਪਾਂ ਨੂੰ ਆਪਦੇ ਲਈ ਇਹ ਹੁੰਦਾ ਕਿ you know, now where do I put Jasmine? Jasmine ਜਦ ਤੱਕ ਰੇਡੀਓ ਹੋਸਟ ਸੀ ਤਾਂ ਮੈਂ ਪ੍ਰਿਡਿਕਟ ਕਰ ਸਕਦੀ ਸੀ ਇਹਦੀ ਇਹ ਰੂਟੀਨ ਹੈ। ਹੁਣ ਇਹ ਆਰਟਿਸਟ ਵੀ ਹੈ, ਇਹ ਐਵੇਂ ਕਿਵੇਂ ਕਰ ਲੈਂਦੇ? So a lot of times what we do is when we have an identity, it's our ego. ਆਪਣੀ ਈਗੋ ਬਣ ਜਾਂਦੀ ਹੈ ਕਿ ਮੈਂ ਤਾਂ ਹਾਂ। ਕੋਈ ਪੁੱਛੇਗਾ ਅੱਛਾ ਜੀ what do you do? ਉਹ ਆਪਾਂ ਕਹਿੰਦੇ ਉਹ ਲੈ you know, I have to have an identity. I have to be something so I can tell people that I'm something. So a lot of times that ego comes with it. And what we, you know, what the Guru and the Gurbani teaches us is that you are not to be stuck as an identity. You are fluid and you have to learn to be fluid. And a lot of times people misunderstand what karam is. Yeah. So ਜਿਹੜਾ ਆਪਣਾ ਕਰਮ ਹੁੰਦਾ ਹੈ, ਲੋਕੀ ਕਹਿੰਦੇ ਜੀ ਮੈਂ ਆਪਣਾ ਕੰਮ ਕਰਨਾ, ਮੈਂ ਸਵੇਰ ਤੋਂ ਸ਼ਾਮ ਤੱਕ ਉਹੀ ਕਰੀ ਜਾਣਾ। ਠੀਕ ਹੈ। ਬਟ ਦੀ ਆਈਡੀਆ ਆਫ ਕਰਮ ਇਜ਼ ਲਾਈਕ ਯੂ ਕੈਰਿੰਗ ਅ ਵੈਸਲ, ਪੁਟਿੰਗ ਵਾਟਰ ਇਟ ਇਨ ਐਂਡ ਟੇਕਿੰਗ ਸਮਵੇਅਰ। ਹੁਣ ਉਹ ਵੈਸਲ ਚਾਂਦੀ ਦੀ ਹੋਏ, ਪਿੱਤਲ ਦੀ ਹੋਏ, ਡਜ਼ਨਟ ਮੈਟਰ, ਕੋਈ ਫਰਕ ਨਹੀਂ ਪੈਂਦਾ, ਦੈਟਸ ਯੋਰ ਜੌਬ। ਪਰ ਉਹਦੇ 'ਚ ਪਾਣੀ ਦੀ ਕੁਆਲਿਟੀ ਕੀ ਹੈ, ਦੈਟਸ what it is. It's basically saying it doesn't matter what Jasmine is doing, but if Jasmine is doing with her whole heart and soul, integrity, discipline, jo bhi hai, that is the quality of that Karam. is the quality. So we make a mistake of identifying our identity around our job, but
ਅੱਜ ਜੌਬ ਹੈ ਕੱਲ ਨਹੀਂ ਫਿਰ ਕੀ ਹੋਗਾ then you're lost. ਪਰ ਅੰਮ੍ਰਿਤ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਉਹ ਵਾਕਈ ਬਿਲਕੁਲ ਸਹੀ ਹੈ। ਤੁਸੀਂ ਕਿਹਾ ਵੀ ਲੇਬਲ ਆਪਾਂ ਲਗਾ ਲੈਂਦੇ ਹਾਂ ਹੈ ਨਾ, ਔਰ ਸੁਸਾਇਟੀ ਤਾਂ ਸਾਨੂੰ ਪਹਿਚਾਣਦੀ ਹੀ ਲੇਬਲਸ ਦੇ ਥਰੂ ਹੈ। ਜਿੰਨਾ ਚਿਰ ਤੁਸੀਂ ਕਿਸੇ ਨੂੰ ਲੇਬਲ, ਕਈ ਵਾਰੀ ਲੇਬਲ ਦੇ ਨਾਲ ਹੀ ਤੁਹਾਡੇ ਨਾਲ ਫਿਰ ਬਿਹੇਵ ਕੀਤਾ ਜਾਂਦਾ ਵੀ ਤੁਹਾਡਾ ਲੇਬਲ ਕੀ ਹੈਗਾ। ਇਹ ਬਹੁਤ ਇਹ that's I guess the flaw of Kalyug ਕਹਿ ਲਓ. We are so caught up and you know our ਜਿਹੜੀ ਆਪਣੀ definition of success is so skewed because if we follow any scriptures, ਤੁਸੀਂ ਆਪਣੇ ਸਿੱਖੀ ਦੇ ਦੇਖ ਲਓ, ਕੋਈ Buddhism ਦੇਖ ਲਓ, Hinduism ਦੇਖ ਲਓ, they are all talk about doing the right thing, being a good person. Nobody talks about how much cash you're going to make, yes. you know, how many cars you're going to have, what career you're going to have. So it's the definition of success when it comes. It does not mean you cannot be good at those things, you know. Your job is to do your job with full integrity, full discipline, and to the best of your ability. And rest is not in your hand. And as a society, it's unfortunate that we have, you know, boiled it down because again, the human brain wants patterns. It wants something familiar. It doesn't like unfamiliar things. We almost see it as a threat. ਫਿਰ ਅਸੀਂ ਖੁਦ ਕਨਫਿਊਜ਼ ਹੋ ਜਾਂਦੇ ਹਾਂ। ਜਿਹੜੇ ਆਪਣੀ ਪ੍ਰਾਈਮਲ ਬ੍ਰੇਨ ਹੈ, ਹੁਣ ਕਹਿੰਦੀ ਮੈਂ ਫੋਰੈਸਟ ਗਾਇਆ ਹੋਇਆ ਹੈ, ਹੁਣ ਉਹਨੂੰ ਨਵੇਂ ਫੋਰੈਸਟ ਲੈ ਕੇ ਜਾਓ, you know, and the anxiety level goes up. It's like, what? Like, this animal is not supposed to be in this forest. So it's almost like that primal brain wants to make sure that it understands and perceives what the other person is. So that's why identities become so important for our ego to maintain a control. It is our ego that wants to maintain control at all given times and wants to know, ਮੈਨੂੰ ਪਤਾ ਹੈ ਇਹ ਬੰਦਾ ਕੀ ਕਰਦਾ ਹੈ, ਇਹਦੀ ਔਕਾਤ ਕਿੰਨੇ ਕੁ ਦੀ ਹੈ, you know, ਇਹ ਕੀ ਚੀਜ਼ ਹੈ. ਹੁਣ on the contrary, I think would be, you know, like when we attach ourselves to an identity, it's like you sitting in a river and the river is flowing. The river, that's the world. It's ever changing. मैं उत्थे खड़ी रहां कितनी देर खड़ी रहूंगी. Okay. It's not about how long you get. It's like the Gurbani, the scriptures, they teach you that the world is moving. Everything is constantly changing. You have to learn to change with it. Yes. But what it teaches you, that you have to be fearless to what change is coming. ਪਾਣੀ ਹੈ, ਪਾਣੀ ਹਿਲ ਰਿਹਾ ਹੈ, ਤੁਸੀਂ ਪਾਣੀ ਦੇ ਵਿੱਚ ਜਾਓਗੇ, ਪਰ ਤੁਹਾਨੂੰ ਤੈਰਨਾ ਸਿੱਖਣਾ. Yeah, ਬਿਲਕੁਲ, very true. So that is, you know, because fluidity is very important. ਕਹਿੰਦੇ ਹੁੰਦੇ ਨਾ ਖੜਾ ਪਾਣੀ ਵੀ ਸਮੈਲ ਮਾਰਨ ਲੱਗ ਜਾਂਦਾ ਹੈ ਨਾ, ਜੇ ਜਿੱਥੇ ਖੜਾ ਰਹੂਗਾ ਤਾਂ ਉਹ ਵੀ ਸਮੈਲ ਮਾਰਨ ਲੱਗ ਜਾਂਦਾ. ਸੋ ਅੰਮ੍ਰਿਤ, ਸਾਨੂੰ ਇਹ ਦੱਸੋ ਜੀ, ਇੱਕ ਨਾ ਬੜਾ ਆਈਡੀਆ, ਇੱਕ ਹੁੰਦੀਆਂ ਨਾ ਕੋਈ ਚੀਜ਼ਾਂ ਦੁਨੀਆ ਦੇ ਵਿੱਚ ਇੱਕ ਫਰੇਜ਼ ਹੀ ਬਣ ਜਾਂਦੀਆਂ ਨੇ. ਹੁਣ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਕੰਸਿਸਟੈਂਸੀ ਹੈ ਉਹ ਇਕੁਅਲ ਟੂ ਸਕਸੈਸ ਹੈ. ਜਿੱਥੇ ਤੁਸੀਂ ਹੈਗੇ ਹੋ ਬਸ ਠੀਕ ਹੈ, ਉਹ ਕਰਦੇ ਰਹੋ, ਇਹਦਾ ਮਤਲਬ ਤੁਸੀਂ ਕਾਮਯਾਬ ਹੋ, ਕੋਈ ਚੇਂਜ ਨਾ ਕਰੋ ਆਪਣੀ ਜ਼ਿੰਦਗੀ ਦੇ ਵਿੱਚ. ਇਹ ਆਈਡੀਆ ਕਿਵੇਂ ਬਣ ਗਿਆ ਜੀ ਸੁਸਾਇਟੀ ਦੇ ਵਿੱਚ? The confusion comes when you confuse consistency with grit. What is important for you to live your life on a day-to-day to get through the difficult times is grit. ਹੁਣ consistency ਤੇ grit ਇਹ half truth ਕਹਿ ਲਓ ਹੈਗੀ. It's like when you are just doing something blindly. ਹੁਣ ਤੁਸੀਂ ਪਹਿਲਾਂ ਗੱਲ ਕਹੀ ਕਿ I know so many people who are ultra successful and they, you know, they go into businesses. ਸ਼ੁਰੂ ਤੁਸੀਂ ਬੜਾ ਐਫਰਟ ਲਾ ਰਹੇ ਹੈ ਨਾ, ਤੁਹਾਡੀ ਕੰਸਿਸਟੈਂਸੀ ਤੁਹਾਨੂੰ ਇੱਕ ਮਕਾਮ ਤੇ ਪਹੁੰਚਾ ਦਿੰਦੀ ਹੈ. ਐਂਡ ਤੁਹਾਡੀ ਕੰਸਿਸਟੈਂਸੀ ਕਰਕੇ ਤੁਸੀਂ ਮਤਲਬ ਆਪਣੀ ਲਾਈਫ 'ਚ, ਯੂ ਨੋ, ਤੁਹਾਡਾ ਵੱਡਾ ਬੈਂਕ ਅਕਾਊਂਟ ਹੋ ਗਿਆ, ਹੁਣ ਤੁਹਾਡੇ ਵੱਡਾ ਘਰ ਹੋ ਗਿਆ, ਜੋ ਵੀ ਹੈ ਤੁਹਾਡਾ, you know, in the quote unquote, in the worldly sense, you have accomplished it, but they feel so hollow. ਉਹਨਾਂ ਨੇ ਸਾਰੀ ਉਮਰ ਦੇਖੋ 15 20 10 20 whatever ਸਾਲ ਉਹਨਾਂ ਨੂੰ ਲੱਗੇ ਉਸ ਸਟੇਟਸ ਤੇ ਪਹੁੰਚਣ ਨੂੰ. ਇੱਕ ਵਾਰੀ ਪਹੁੰਚ ਕੇ ਫਿਰ ਦੇਖਦੇ, ਅੱਛਾ now what? ਹੁਣ ਮੈਨੂੰ, I didn't think the money brought me that happiness, you know, I didn't think all this status brought me happiness. I know multiple people who have sold their companies for just not millions but like hundreds of millions and unhappy as you would not believe because they tie their happiness into
something that's in the future. ਐਂਡ ਜਿਹੜੀ ਕੰਸਿਸਟੈਂਸੀ ਦੀ ਆਪਾਂ ਗੱਲ ਕਰਦੀ ਹੈ ਜਾਂ ਤਾਂ ਤੁਸੀਂ ਜਿਵੇਂ ਮਕੈਨੀਕਲ ਜਿਵੇਂ ਰੋਬੋਟ ਵਰਗੇ ਹੋ ਗਏ ਕਿ ਜਿਵੇਂ ਸਵੇਰੇ ਉੱਠਿਆ ਮੈਂ ਕੰਮ ਤੇ ਗਿਆ ਮੈਂ ਕਰਿਆ ਉਹ ਰੋਬੋਟਿਕ ਲਾਈਫ ਇਵਨ ਗੁਰੂ ਸਾਹਿਬ ਨੇ ਕਿਹਾ ਕਿ ਉਹ ਕਰਮ ਕਾਂਡ ਹੈ there is actual word in the Gurbani that says it's karam kand. You are depriving and cheating your conscience of what it is meant to be. When you feel fulfilled, that is what you should do. I'll give you an example. You know, how does a listener understand कि मैं किथे हाँ? Yes. Let's take an example. Say Arjun. Arjun is an IT professional, for instance. You know, Arjun has never missed a day at work. He's 10 years in. He's at a senior position. He's very well reputed. You know, his work is going really well. He's successful. But he comes home and he just feels like, "Aj main ki kitta?" You know? Ki ukhad liya main? You know? But cannot get rid of that thing कि मेरा इन्ना पैटर्न बनया होया है हुन उन्होंने घरे आके बोलदा अच्छा जी वाइफ नू या मदर नू कि हुन मैं जॉब सोच रहा मैनू फुलफिल नहीं कर ये तो तू पागल है व्हाट आर यू डूइंग लाइक ये तू सारी उम्र इसलिए काम कीता है हुन तू इनू छड़ देगा and then what he really wants to do is help children. I don't know, wants to let's take an example, wants to coach a kids football league and wants to educate kids in IT or whatever it is. And that's where Arjun's passion lies. And what happens is now where you need the consistency is Arjun needs to still show up on time. Yes. Still needs to work hard, needs to be organized, needs to be dedicated to his karam. It doesn't matter what the karam is. So we tend to confuse consistency with success. But success is not complete success till you are spiritually and internally elevated by it, you know. So when you feel lost, that should be a sign, you know, to say okay, there's a change required. Another example would be say trees. ਇਸ ਤੋਂ ਜ਼ਿਆਦਾ ਕੰਸਿਸਟੈਂਟ ਚੀਜ਼ ਹੋ ਸਕਦੀ ਹੈ ਉੱਤੇ ਹੀ ਖੜਾ ਨਹੀਂ ਹਿਲ ਸਕਦਾ ਨਹੀਂ ਕਿਤੇ ਜਾ ਸਕਦਾ ਰਾਈਟ ਬਟ ਉਹਦੀ ਰੂਟਸ ਕੰਸਿਸਟੈਂਟ ਹੈ ਉਹਦੀ ਜੜ੍ਹਾਂ ਮਜ਼ਬੂਤ ਹੈ ਬਿਲਕੁਲ ਸੀਜ਼ਨਸ ਆਉਂਦੇ ਹੈ ਪੱਤੇ ਲੱਗਦੇ ਹੈ ਪੱਤੇ ਝੜਦੇ ਹੈ ਜੇ ਉਹ ਕਹਦੇ ਨਾ ਜੀ ਮੈਂ ਪੱਤੇ ਨਹੀਂ ਛੱਡਨੇ I'm going to hold on to my leaves through the year what's going to happen the bark's going to rot it's going to get disease it's going to die. So it is the ego saying when you bloom, when you like a flower blooms, it blossoms for a short while and then it dies. So that is what you have to realize. Je tusi success le ja rahe hain, to wholesome success, you know, not a temporary success. So you bloom as a flower and accept, and you let your ego say, okay, I have moved on now. Hun mera khatam hai. When मैं कुछ और करा when I need to revert back and you'll hear like you know I'm sure you've heard the news media when these venture capitalists you know like these founders they do really really well they take a sabbatical for like a year or two. What is that? You know they have all the work the connections and drive to go right back into it. No, they acknowledge the fact that they need to regroup rethink and re-evolve themselves so they can keep growing. Yes. That's what's important. ਅੰਮ੍ਰਿਤ ਜਿਹੜੀ ਤੁਸੀਂ ਐਗਜ਼ਾਮਪਲ ਸ਼ੇਅਰ ਕੀਤੀ ਹੈ ਮੈਨੂੰ ਲੱਗਦਾ ਸਿਰਫ ਇਹ ਇੱਕ ਐਗਜ਼ਾਮਪਲ ਨਹੀਂ ਹੈ ਇਹ ਬਹੁਤ ਸਾਰੇ ਲੋਕਾਂ ਦੀ ਇਸ ਵੇਲੇ ਸੱਚਾਈ ਹੋਊਗੀ ਕਿ ਇੱਕ ਇਨਸਾਨ ਹੈ ਬਹੁਤ ਕਾਮਯਾਬ ਹੈ ਬਹੁਤ ਅੱਛੀ ਜੌਬ ਹੈ ਉਹਦੇ ਕੋਲ ਉਹਨੂੰ ਕਿਤੇ ਨਾ ਕਿਤੇ ਅੰਦਰੋਂ ਇਹ ਫੀਲ ਹੁੰਦਾ ਕਿ ਮੈਨੂੰ ਨਾ ਹੁਣ ਬਹੁਤ ਸਾਲ ਮੈਂ ਨੌਕਰੀ ਕਰ ਲਈ ਬਹੁਤ ਵਧੀਆ ਮੇਰਾ ਕਰੀਅਰ ਬਣ ਗਿਆ ਮੇਰਾ ਪੈਸ਼ਨ ਹੁਣ ਕੁਛ ਹੋਰ ਹੈ ਮੈਂ ਕੁਛ ਹੋਰ ਕਰਨਾ ਚਾਹੁੰਦਾ ਜਾਂ ਕਰਨਾ ਚਾਹੁੰਦੀ ਹਾਂ ਪਰ ਫੈਮਿਲੀ ਵੱਲੋਂ ਪ੍ਰੈਸ਼ਰ ਹੈ ਸੋਸਾਇਟੀ ਵੱਲੋਂ ਪ੍ਰੈਸ਼ਰ ਹੈ ਜਿਵੇਂ ਤੁਸੀਂ ਐਗਜ਼ਾਮਪਲ ਦੇ ਵਿੱਚ ਕਿਹਾ ਕਿ ਇੰਨੀ ਵਧੀਆ ਤੇਰੀ ਜੌਬ ਹੈ ਤੂੰ ਛੱਡ ਕੇ ਕਿਉਂ ਕਿਤੇ ਹੋਰ ਜਾਣਾ ਅੱਜ ਕੱਲ੍ਹ ਤਾਂ ਵੈਸੇ ਹੀ ਆਪਾਂ ਨੂੰ ਪਤਾ ਹੈ ਜੋ ਇਸ ਵੇਲੇ ਮਾਹੌਲ ਹੈਗਾ ਜੌਬਸ ਹੈ ਨਹੀਂ ਪੈਸੇ ਹੈ ਨਹੀਂ ਮਹਿੰਗਾਈ ਇੰਨੀ ਜ਼ਿਆਦਾ ਹੈਗੀ ਹੈ ਨਾ ਇਹ ਗਲੋਬਲ ਇਹ ਚੀਜ਼ਾਂ ਹੋ ਰਹੀਆਂ ਨੇ ਹੁਣ ਉਸ ਸਿਚੁਏਸ਼ਨ 'ਚ ਜਿਹੜਾ ਬੰਦਾ ਸਟਕ ਹੋਇਆ ਉਹਨੂੰ ਕੀ ਇਸ ਡਰ ਕਰਕੇ ਵੀ ਲੋਕ ਇੱਦਾਂ ਕਹਿ ਰਹੇ ਨੇ ਉਹਦੀ ਫੈਮਿਲੀ ਕਹਿ ਰਹੀ ਹੈ ਉਹਨੂੰ ਉਸੇ ਤਰ੍ਹਾਂ ਪਰਸਿਊ ਕਰਦੇ ਰਹਿਣਾ ਚਾਹੀਦਾ ਚਾਹੇ ਕਿ ਉਹਦੇ ਅੰਦਰ ਖੁਸ਼ੀ ਹੈ ਨਹੀਂ ਉਹਦੇ ਅੰਦਰ ਪੈਸ਼ਨ ਕੁਛ ਹੋਰ ਹੈਗਾ ਜਾਂ ਫਿਰ ਉਹ ਕਵੇ ਵੀ ਭਾੜ ਮੇ ਜਾਏ ਦੁਨੀਆ ਮੈਂ ਤਾਂ ਜਾ ਕੇ ਕੁਛ ਇਸ ਵੇਲੇ ਆਪਣੀਆਂ ਜੋ ਹੌਬੀਜ਼ ਹੈ ਆਪਣੀ ਜੋ ਅੰਦਰਲੀ ਖੁਸ਼ੀ ਹੈ ਉਹਨੂੰ ਅਚੀਵ ਕਰਨਾ ਸੋ ਕੀ ਸਹੀ ਡਾਇਰੈਕਸ਼ਨ ਕੀ ਹੋਊਗੀ ਅੰਮ੍ਰਿਤ ਇਸ ਵੇਲੇ I think ਪਹਿਲੇ before
we jump into tell everybody quit your jobs. Yeah, obviously. Don't do that. पहले आई थिंक सेल्फ एनालिसिस बहुत ज़रूरी है एंड मेरी मैं कोचिंग करते हैं उस सिखाते हैं कि हाउ टू डीप डाइव इनटू दैट ਓਕੇ इनटू ਇਹ ਤੁਹਾਡੇ ਦਿਮਾਗ 'ਚੋਂ ਥਾਟ ਆਈ ਜਾਂ ਪ੍ਰੋਲੋਂਗ ਥਾਟ ਹੈ ਕਿ ਮੈਂ 6 ਮਹੀਨੇ ਦੀ ਸੋਚ ਰਹੀ ਹਾਂ ਮੈਂ ਕੀ ਕਰ ਰਹੀ ਹਾਂ ਆਪਣੀ ਜ਼ਿੰਦਗੀ ਨਾਲ ਐਂਡ ਇਟਸ ਅ ਵੈਲਿਡ ਥਾਟ ਐਂਡ evaluation ਕਰਨੀ ਪੈਂਦੀ ਹੈ ਕਿ I'm going to evaluate if this is a just my restless ਮੇਰੀ ਬੇਚੈਨੀ ਜੀ ਹੈ ਕਿ ਮੈਂ I'm just trying to like just a change or is it truly genuinely a shift for me to grow so that evaluation is extremely important and there's obviously like steps you go through to analyze that but like ਜਿਵੇਂ ਹੁਣ ਮੈਂ ਕਹਾਂ ਕਿ on a short note ਹੈ ਨਾ ਕਿ ਯਾਰ ਮੇਰਾ ਤਾਂ ਬੌਸ ਹੀ ਬਹੁਤ ਇਰੀਟੇਟਿੰਗ ਹੈ ਮੈਂ ਤਾਂ ਜਾਨ ਖਾ ਲਈ ਮੈਂ ਕਿਉਂ ਜਾਣਾ 6 ਮਹੀਨੇ okay that's not a good reason for you to quit your job okay that means you're escaping something ਕੱਲ ਕਿਤੇ ਹੋਰ ਜੌਬ ਲਓਗੇ ਤੁਹਾਡਾ ਬੌਸ ਫੇਰ ਚਿੜਿਆ ਹੋਏਗਾ ਫਿਰ ਤੁਸੀਂ ਛੱਡੋਗੇ that makes no sense or you were saying ਕਿ ਮੈਨੂੰ ਕੋਈ ਵੈਲਿਊ ਹੀ ਨਹੀਂ ਕਰਦਾ ਹੋ ਰਿਹਾ ਲਾਈਕ ਮੇਰੇ ਤਾਂ ਵੈਲਿਊ ਹੀ ਨਹੀਂ ਹੈ ਮੈਂ ਤਾਂ ਪਤਾ ਨਹੀਂ ਕੀ ਚੀਜ਼ ਆ and those are valid for a human those are valid things but when you look at bigger scheme of things in your karma on this planet what you've come here to do you will run into those situations and those situations will keep coming up till you ask yourself ki mere naal ye kyun ho raha hai and then you diagnose your own actions and thoughts okay why is this occurring is my boss just annoying because he's an annoying human being a lot of people come to me boss is so annoying and I think my boss has a grudge against me कि मेरे ता आगे कुछ बनना ही नहीं हो रहा तुसी अपना कर्म कर रहे ठीक तरह are you doing your job that you are supposed to do with full dignity integrity so those are the evaluations you need to make before you decide ਕਿ ਜੇ ਤੁਹਾਡੀ ਤੁਸੀਂ like for me any answer I want in my life I meditate over it. And it has become a big part of my practice on a daily basis मैं काफ़ी ट्रेनिंग लेती हुई है meditation की I have a meditation that I host almost every week so that I feel is like the ammunition or weapon कह लो to assess yourself because everything that is fed to you is throwing the blame externally so basically first step ਤਾਂ ਹੋ ਗਿਆ self analysis 100% ਤੁਸੀਂ self analysis ਕਰਨੀ ਹੈ ਤੁਸੀਂ ਆਪ ਕਰੋ ਜਾਂ ਕੋਈ professional ਨਾਲ ਬੈਠ ਕੇ ਕਰੋ ਉਹ ਤੁਸੀਂ ਕਰਨੀ ਹੈ ਉਸ 'ਚ ਤੁਹਾਨੂੰ evaluation ਆਏਗੀ ਕਿ ਮੇਰੀ ਇਹ ਕਾਲ ਜਿਹੜੀ ਆ ਰਹੀ ਹੈ ਕਿ ਕਿਸ ਰੀਜ਼ਨ ਲਈ ਆ ਰਹੀ ਹੈ ਫਿਰ based on that you should honor or you should work on what you are stuck at because ਜਿਹੜੀ ਤੁਸੀਂ if it's just situational ਜੇ ਤੁਹਾਡੀ ego ਆ ਗਈ ਜਾਂ ਕੁਛ ਆ ਗਈ ਉਹ ਤੁਹਾਡੇ ਫੇਰ ਵੀ ਦੁਬਾਰਾ ਵੀ ਆਏਗੀ but as opposed to ਕਿ ਜੀ I feel like ਹੁਣ ਮੇਰੀ job ਮੈਂ ਸਭ ਸਿੱਖ ਲਿਆ ਮੇਰੀ replacement ਉਰੇ easily ਮਿਲ ਜੂਗੀ ਇਹਨਾਂ ਨੂੰ ਤੇ ਮੈਂ ਵੀ ਨਹੀਂ grow ਕਰ ਰਿਹਾ ਨਾ ਮੇਰੀ company grow ਕਰ ਰਹੀ ਹੈ ਜੇ ਤੁਸੀਂ calm ਹੋ ਤੁਹਾਡੇ emotions are not at the height when you feel ਕਿ consistently ਮੇਰੀ ਇਹੀ ਫੀਲਿੰਗ ਆ ਰਹੀ ਹੈ ਫਿਰ then it is time for you to yes ਬਹੁਤ ਡੀਪ ਗੱਲਾਂ ਸਮਝਣ ਨੂੰ ਬਹੁਤ ਟਾਈਮ ਲੱਗਦਾ ਕਿਉਂਕਿ ਅਸੀਂ ਜਿਸ ਸਟੇਜ ਦੇ ਵਿੱਚ ਆਈ ਥਿੰਕ ਅਸੀਂ ਹੈਗੇ ਆ ਨਾ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਬਾਰੇ ਅੰਮ੍ਰਿਤ ਸੋਚਦੇ ਹੀ ਨਹੀਂ ਹੈਗੇ ਹੈ ਨਾ ਕੋਈ ਇਨਸਾਨ ਹੈ ਬੜਾ ਸਟਕ ਫੀਲ ਕਰ ਰਿਹਾ ਉਹੀ ਹੁੰਦਾ ਇੱਕ ਡਰ ਹੁੰਦਾ ਤੁਹਾਡੇ ਮਨ ਦੇ ਵਿੱਚ ਵੀ ਪਤਾ ਨਹੀਂ ਅੱਗੇ ਕੀ ਹੋਣਾ ਜਿਵੇਂ ਤੁਸੀਂ ਕਿਹਾ ਵੀ ਇੱਕਦਮ ਜੌਬ ਨੂੰ ਕੁਇਟ ਕਰਨਾ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਸਭ ਤੋਂ ਪਹਿਲਾਂ ਸੈਲਫ ਐਨਾਲਿਸਿਸ ਕਰਨਾ ਕਿਉਂਕਿ ਕਈ ਵਾਰੀ ਤਾਂ ਉਹ ਟਾਈਮ ਬੀਇੰਗ ਹੀ ਹੁੰਦਾ ਕਿਸੇ ਨੇ ਆਪਾਂ ਨੂੰ ਕੁਝ ਕਹਿਤਾ ਕੋਈ ਆਪਣੇ ਤੋਂ ਇਰੀਟੇਟ ਹੋ ਗਿਆ ਕੋਈ ਛੋਟੀ ਜਿਹੀ ਫਾਈਟ ਹੋ ਗਈ ਸਾਨੂੰ ਲੱਗਦਾ ਮੈਂ ਇਹ ਚੀਜ਼ ਛੱਡ ਦੇਣੀ ਹੈ ਈਵਨ ਰਿਸ਼ਤਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਪਰ ਯੈਸ ਨੰਬਰ 1 ਸਟੈਪ ਇਜ਼ ਸੈਲਫ ਐਨਾਲਿਸਿਸ ਜਿਹੜਾ ਕਰਕੇ ਤੁਹਾਨੂੰ ਕਈ ਵਾਰੀ ਬਹੁਤ ਆਨਸਰਸ ਤਾਂ ਉਸੇ ਵੇਲੇ ਹੀ ਮਿਲ ਜਾਂਦੇ ਨੇ ਅੰਮ੍ਰਿਤ ਬੜਾ ਔਖਾ ਸਵਾਲ ਹੈ ਜਿਹੜਾ ਹੁਣ ਮੈਂ ਤੁਹਾਨੂੰ ਪੁੱਛਣਾ ਆਪਣੇ ਆਪ ਨੂੰ ਲੱਭਣਾ ਕਈ ਵਾਰੀ ਆਪਾਂ ਇਹ ਟਰਮ ਯੂਜ਼ ਕਰਦੇ ਆ ਰੀਇਨਵੈਂਟਿੰਗ ਯੋਰਸੈਲਫ ਸਟਕ ਹੋ ਗਈ ਜ਼ਿੰਦਗੀ 'ਚ ਕੁਝ ਸਮਝ ਨਹੀਂ ਆ ਰਹੀ ਆਪਣਾ ਸੈਲਫ ਐਨਾਲਿਸਿਸ ਵੀ ਕਰ ਲਿਆ ਹੁਣ ਆਪਣੇ ਆਪ ਨੂੰ ਤਲਾਸ਼ ਕਰਨਾ ਆਪਣੇ ਆਪ ਨੂੰ ਲੱਭਣਾ ਜਿਹੜਾ ਰੀਇਨਵੈਂਟਿੰਗ ਯੋਰਸੈਲਫ ਹੈ ਇਹਦਾ ਮਤਲਬ ਕੀ ਹੈ ਜੀ if you ask me it is the most misunderstood interpretation there is okay a lot of times when somebody says कि इस साल मैं New Year's resolution करनी है I'm going to reinvent myself this year
And a lot of times it means I'm going to move cities, I'm going to get a new job, I'm going to, I don't know, get a new spouse, you know, I'm going to go to the gym. Those are all exterior. That's just an outfit you changed. Yeah. It's not going to change anything. 6 months, year, 4 years, 5 years down the line, you're going to be the exact same spot where you were. So reinvention is basically, it is the metamorphosis of the consciousness. What it means is that you're going to, ਜਿਵੇਂ ਆਪਣੇ ਗੁਰਬਾਣੀ ਚ ਕਹਿੰਦੇ from ਮਨਮੁਖ to ਗੁਰਮੁਖ ਮਨਮੁਖ ਦਾ ਮਤਲਬ ਹੈ ਕਿ your mind is ever changing. ਜੋ ਇੱਧਰ ਅੱਜ ਮੈਂ ਐ ਕਰਨਾ, ਕੱਲ ਨੂੰ ਮੈਂ ਉਹ ਕਰ ਲੈਣਾ, you know, and ਪਰਸੋਂ ਮੈਂ ਐ ਕਰ ਲੈਣਾ, ਮੇਰੇ ਵਰਗਾ ਤਾਂ ਹੈ ਹੀ ਨਹੀਂ ਕੋਈ, like, you know, how dare somebody talk to me like that? You're constantly stuck in your mental chatter, right? Okay. And then the meaning of Gurmukh, just on the surface, is turning towards God, turning towards what is actually true. Okay, Asliyat, Jasmine, Arjun di ki problem hai? You know, is it, so when you go through the diagnosis, you figure it out, okay, you know, what is his problem? And a lot of times what people, you know, miscommunicate is they think reinvention means कि मैं कुछ add कर लेना. A lot of times reinvention means that you're going to get rid of stuff. Okay. You're going to get rid of that bad habit of yours. You're going to get rid of that frenemy of yours. You're going to get rid of that toxic relationship or that identity that somehow has built around you. And in short, it is the old you or the old part of you dies, but you still live on the way you are. It is more subtraction than it is addition. ਹੁਣ ਮੈਂ ਜਿਵੇਂ ਤੁਹਾਨੂੰ example ਦਵਾਂ, since we are talking about Arjun. Yes. So Arjun goes to work and he has, you know, like we've all experienced this at some point where, you know, you're working on this group project and then there's one person who wants to take like credit for it and says, oh, hi, you know, like I did all the work and Arjun over there is just a lazy whatever, didn't really do his part. And Arjun's like, how dare you, like, you know. So that is something that could use reinvention. Okay. So it is detaching yourself and not falling for that old pattern of your ego or whatever, you know. And there's multiple negatives that, you know, one's personality may or may not have. It's like Bob threw a stick, you know. When Bob threw a stick for a dog, the dog went chasing. Yes. Bob threw a stick for a lion, the lion is steady. ਹੁਣ ਉਹ ਅਰਜੁਨ ਦੀ ਸਿਚੁਏਸ਼ਨ ਚ ਉਹਦੇ ਕੋਵਰਕਰ ਨੇ ਉਹਨੂੰ ਬੇਟ ਪਾਈ, ਉਹਨੇ ਲਿੱਤੀ ਨਹੀਂ ਲਿੱਤੀ, that's reinvention. Okay. That he has kept his ground, kept his integrity and not fallen prey, you know. ਨਹੀਂ ਤਾਂ ਉਹ ਜਾਏ ਜਿਉਂ ਜੀ ਅੱਜ ਪਤਾ ਬੌਬ ਨੇ ਮੈਨੂੰ ਆਇਆ ਕਹਿਤਾ, ਆਪਣੀ ਵਾਈਫ ਨੂੰ ਜਾ ਕੇ ਕੰਪਲੇਨ ਕਰ ਰਿਹਾ, ਹੁਣ ਉਹਦੀ ਐਨਰਜੀ ਫੀਲਡ ਵੀ ਨੈਗੇਟਿਵ ਕਰਤੀ. So reinvention comes when you are like, I am doing my work with full integrity, decency. I don't need Bob's approval to do my work properly. If Bob wants to take the credit, so be it. ਮੇਰਾ connection ਮੇਰੇ ਗੁਰੂ ਨਾਲ ਹੈ, ਮੈਂ ਰੱਬ ਨੂੰ ਜਵਾਬ ਦੇਣਾ ਹੈ. ਇਹ ਆਪਾਂ ਸਾਰੇ we are just part of a play. ਪਰ ਅਮਰ ਤੇਰੇ ਵਾਲੀ ਸਟੇਜ ਤਾਂ ਫਿਰ ਜੇ ਕਿਸੇ ਤੇ ਆ ਗਈ ਉਹ ਤਾਂ ਫਿਰ ਮਤਲਬ ਬਹੁਤ ਵਧੀਆ ਇਨਸਾਨ ਬਣ ਗਿਆ, ਔਖੀ ਹੈ ਸਟੇਜ ਤਾਂ ਆਉਣੀ. ਇਹ ਹਰ ਸਟੈਪ ਜਿਵੇਂ ਹੁਣ ਕਹਿੰਦੇ ਨਹੀਂ, ਜਿਵੇਂ ਮੈਂ ਬੱਚਿਆਂ ਨੂੰ ਐਕਸਪਲੇਨ ਕਰਦੀ ਮੈਂ ਕਿ ਜਿਵੇਂ ਵੀਡੀਓ ਗੇਮ ਹੁੰਦੀ ਹੈ ਨਾ, ਹਰ ਸਟੇਜ ਦੇ ਬਾਅਦ ਤੁਸੀਂ ਪਾਸ ਕਰਦੇ ਹੋ, ਔਖੀ ਹੋ ਜਾਂਦੀ ਹੈ. ਇਹ ਵੀ ਉਹੀ ਸੇਮ ਥਿੰਗ ਟੂ ਗੈਟ ਔਨ ਦਾ ਪੈਥ ਟੂ ਵਿਚ ਆਪਾਂ ਜੋਤੀ ਨਾਲ ਜੋਤ ਮਿਲਾਈ. Every stage is going to get harder. It's not easy. And you shouldn't expect it to be easy. ਬੰਦਾ ਕਹਿੰਦਾ ਕਿ ਯਾਰ ਮੈਂ ਤਾਂ ਈਜ਼ੀ ਲਾਈਫ ਹੋਏ ਐ ਹੋਏ, ਉਹ ਈਜ਼ੀ ਲਾਈਫ ਉਹ ਜਿਹੜੀ ਬੇਬੀ ਸੋਲਸ ਹੁੰਦੀ ਆ ਨਾ ਉਹਨਾਂ ਲਈ ਹੁੰਦੀ ਹੈ. ਹੁਣ ਜਿਵੇਂ ਜਿਵੇਂ ਤੁਹਾਡੀ ਸੋਲ ਦੀ ਗ੍ਰੈਜੂਏਸ਼ਨ ਹੋਣੀ, ਤੁਹਾਡੀ ਕਲਾਸਾਂ ਵਧਣਗੀਆਂ, ਤੁਹਾਡਾ ਕੋਰਸ ਹਾਰਡ ਹੋ ਰਿਹਾ. ਹੁਣ ਤੁਸੀਂ ਕਿੰਡਰਗਾਰਟਨ ਵਾਲੇ ਨੂੰ ਗ੍ਰੇਡ 12 ਦੀ ਸਿਲੇਬਸ ਨਹੀਂ ਦੋਗੇ ਤੇ ਗ੍ਰੇਡ 12 ਵਾਲੇ ਨੂੰ ਕਿੰਡਰਗਾਰਟਨ ਦਾ ਸਿਲੇਬਸ ਨਹੀਂ ਦਿਓ. ਉਹ that is the journey of your soul. You have to go through. I know. ਕੁਛ ਮਿੰਟ ਆਪਣੇ ਕੋਲ ਹੋਰ ਹੈਗੇ ਨੇ ਜੀ, ਉਹਦੇ 'ਚ ਇਹ ਗੱਲ ਮੈਂ ਕਰਨਾ ਚਾਹੁੰਦੀ ਹਾਂ. ਅੰਮ੍ਰਿਤ, ਇਹ ਦੱਸੋ ਜੀ ਸਾਨੂੰ ਕਿ ਕੋਈ ਇਨਸਾਨ ਹੈ ਜਿਹੜਾ ਇਸ ਸਮੇਂ ਆਪਣੀ ਕਨਵਰਸੇਸ਼ਨ ਸੁਣ ਰਿਹਾ ਹੈ ਨਾ,
ਉਹਨੂੰ ਸੱਚਮੁੱਚ ਲੱਗਦਾ ਵੀ ਹਾਂ ਮੈਂ ਵੀ ਇਹੀ ਫੀਲ ਕਰ ਰਿਹਾ ਵੀ ਮੈਂ ਕੀ ਕੀਤਾ ਲਾਈਫ ਦੇ ਵਿੱਚ। ਕਈ ਵਾਰੀ ਹੁੰਦਾ ਨਾ ਆਪਾਂ 40-50 ਦੀ ਏਜ 'ਚ ਆ ਕੇ ਆਪਣੀ ਲਾਈਫ ਦਾ ਜਿਵੇਂ ਤੁਸੀਂ ਸੈਲਫ ਐਨਾਲਿਸਿਸ ਕਿਹਾ ਉਹ ਕਰਨਾ ਸ਼ੁਰੂ ਕਰਦੇ ਹਾਂ। ਫਿਰ ਆਪਾਂ ਦੇਖਦੇ ਹਾਂ ਵੀ ਲੇਖਾ ਜੋਖਾ ਕੀਤਾ ਕਿ ਕਿਆ ਖੋਇਆ, ਕਿਆ ਪਾਇਆ, ਕਿਆ ਗਵਾਇਆ। ਕਦੇ ਦੇਖਿਆ ਹੀ ਨਹੀਂ, ਮੈਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਮੇਰੇ ਜਿਹੜੀ ਅੰਦਰਲੀ ਖੁਸ਼ੀ ਹੈਗੀ ਹੈ ਉਹ ਕਿਹਦੇ ਵਿੱਚ ਹੈਗੀ ਹੈ। ਸੋ ਉਹ ਇਨਸਾਨ ਜਿਹੜਾ ਇਸ ਵੇਲੇ ਸਟਕ ਹੋਇਆ ਉਹ ਕਿਹੜੇ ਸਟੈਪ ਲਵੇ ਜੀ ਉਸ ਚੀਜ਼ 'ਚੋਂ ਬਾਹਰ ਨਿਕਲਣ ਵਾਸਤੇ, ਤਾਂ ਕਿ ਉਹ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਉਹਨੂੰ ਇੰਜੋਏ ਕਰ ਸਕੇ। देखो, मालिक ने सारी सृष्टि बनाई है, कोई मच्छी है, कोई बांदर है, कोई ह्यूमन है, सारे हैं। ना मच्छी से इसके मैं तो उड़ना है, हाउ इज द बर्ड फ्लाइंग, you know, not possible, वो हुक्म च रहना है, but does not mean that you live an unfulfilled life. All spirituality talks about how to live a fulfilled life. But you have to realize, is that the need and desire for fulfillment coming from your standpoint of ego? Then the universe doesn't support it. But if it's coming from a true change and shift that you want in your life, you know, in progress of your growth and growth of others, seva ke lo, bhav, whatever, then you're on the right path and things will align for you, you know. And again, I'll give you the moving river. The river is constantly moving. The world is constantly changing. And how do you anchor yourself that you are not, your mood is not a boat that, you know, जब भी थोड़ा जब पानी आया ते बोट डूब गई फिर कुछ हो गया, हाँ, ਤੁਸੀਂ ਆਪਣਾ ਬੈਲੈਂਸ ਕਿਵੇਂ ਸਿੱਧਾ ਰੱਖਣਾ ਹੈ। ਇਹ ਨਹੀਂ ਕਿ ਤੁਹਾਡੇ ਯੂ نو ਕਿ ਤੁਸੀਂ ਕੈਰੀਅਰ ਚੇਂਜ ਕਰ ਲਓਗੇ ਜਾਂ ਜੌਬ ਚੇਂਜ ਕਰ ਲਓਗੇ ਜਾਂ ਤੁਹਾਡੀ ਨਵੀਂ ਸਪਾਊਸ ਆ ਜਾਏਗੀ ਤੇ ਤੁਹਾਡੀ ਈਜ਼ੀ ਹੋ ਜਾਏਗੀ ਲਾਈਫ। ਉਦੋਂ ਇਟ ਵਿਲ ਕਮ ਵਿਦ ਅ ਨਿਊ ਸੈਟ ਆਫ ਪ੍ਰੋਬਲਮਸ। ਤੁਸੀਂ ਹੈਵ ਐਂਡ ਦ ਇਲੂਜ਼ਨ ਆਫ ਸੇਫਟੀ ਐਂਡ ਕੰਫਰਟ is an illusion, like, to put it simply. Yes. So you have to make yourself stable, make your emotions stable, and there's ways to do that. And then, you know, ek bahut mera favorite shabad hai, one of my favorites is ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜਦ ਤੱਕ ਤੁਹਾਡੇ ਅੰਦਰ ਸੁੱਖ ਨਹੀਂ ਹੈ ਤੁਸੀਂ ਬਾਹਰ ਕਿਤੇ ਵੀ ਨਹੀਂ ਲੱਭ ਲਓ ਸੁੱਖ, ਉਹ ਨਹੀਂ ਮਿਲੇਗਾ ਤੁਹਾਨੂੰ। ਇਟ ਹੈਜ਼ ਟੂ ਕਮ ਫਰਮ ਵਿਦਿਨ। ਦ ਸਰਚ ਹੈਜ਼ ਟੂ ਸਟਾਰਟ ਵਿਥ ਯੂ ਐਂਡ ਐਂਡ ਵਿਥ ਯੂ। ਐਂਡ ਤੁਸੀਂ ਮੈਨੀਫੈਸਟੇਸ਼ਨ ਦੀਆਂ ਪੜ੍ਹ ਲਓ, ਜੋ ਪੜ੍ਹਨਾ ਪੜ੍ਹ ਲਓ। ਉਸ 'ਚ ਕੀ ਕਹਿੰਦੇ ਆ ਕਿ ਯੂ ਹੈਵ ਟੂ ਚੇਂਜ ਯੋਰ ਸੈਲਫ। ਯੈਸ, you have to change your perspective. You have to change your lens to get there. There are ways to get there. It is possible. But one, intention. Second, are you willing to do the work? Because there is work required for it. So that's what ਜਿਹੜਾ ਫਿਰ ਮਾਈਂਡ ਸੈਟ ਸ਼ਿਫਟ ਕਰਨਾ ਹੈ ਉਹਦੇ ਵਾਸਤੇ ਕੁਝ ਟਿਪਸ ਹੈਗੀਆਂ ਨੇ ਅੰਮ੍ਰਿਤ ਕੇ ਮਾਈਂਡ ਸੈਟ ਸ਼ਿਫਟ ਕਿਵੇਂ ਕੀਤਾ ਜਾਵੇ? ਇੱਕ ਤਾਂ ਸਮਝੋ ਕਿ you are not the doer. ਆਪਣੀ ਸਾਰੀ ਮਿਜ਼ਰੀ ਉਸ ਤੋਂ ਆਉਂਦੀ ਕਿ ਮੈਂ ਕੀਤਾ। ਜਦੋਂ ਸਕਸੈਸ ਆਉਂਦਾ ਦੇਖੋ ਜੀ ਮੈਂ ਕਿੰਨਾ ਵਧੀਆ EMPLOYEE ਆ। ਫਿਰ ਜਦੋਂ ਕੁਝ ਫੇਲ ਹੁੰਦਾ ਯਾਰ ਰੱਬ ਤੁਸੀਂ ਐਂ ਕਿਉਂ ਕੀਤਾ? ਦੈਨ ਯੂ ਆਰ ਗਿਵਿੰਗ ਦ ਕ੍ਰੈਡਿਟ ਟੂ ਰੱਬ ਕਿ ਸਕਸੈਸ ਵਾਸਤੇ ਵੀ ਰੱਬ ਨੂੰ ਦਿਓ ਕ੍ਰੈਡਿਟ ਤੇ ਲੋਸ ਵਾਸਤੇ ਵੀ ਅੰਡਰਸਟੈਂਡ ਖੁਦ ਰਿਸਪੌਂਸਿਬਿਲਿਟੀ ਲਓ। it is God's will. Your job is to do your karam with full integrity. You don't control the results. So if you're feeling everything is on you because you think you are the doer, we are just actors. We are here ਕਿ ਰੱਬ ਨੇ ਆਪਾਂ ਨੂੰ ਮੱਛੀ ਦਾ ਪਾਰਟ ਦਿੱਤਾ ਹੈ, I'm going to be the best fish I want to be, you know. And so like I really think and look back to this, there was this interview that Shah Rukh Khan did, and his interview he said ke, you know, when I brush my teeth, I make sure it is the best brush I have done in my life. That is your job. So when you get up, you brush your teeth. ਅੱਜ ਮੈਂ ਬਰਸ਼ ਉਵੇਂ ਕਰਨਾ ਜਿਵੇਂ ਮੈਂ ਕਦੇ ਨਹੀਂ ਜ਼ਿੰਦਗੀ 'ਚ ਕੀਤਾ। ਅੱਜ ਮੈਂ ਕੰਮ ਉਵੇਂ ਕਰਨਾ ਕਿ ਮੈਂ ਜ਼ਿੰਦਗੀ 'ਚ ਕਦੇ ਨਹੀਂ ਕੀਤਾ। ਜਿਹੜਾ ਵੀ ਕੰਮ ਕਰੋ ਐਂਡ God will make that change for you. You have created that vibration around you. The universe has to shift. So you have to do everything with integrity, honesty, and not fear. ਅੱਛਾ, ਇੱਕ ਸਵਾਲ ਹੋਰ ਹੈਗਾ ਅੰਮ੍ਰਿਤ ਕਿ ਕਈ ਵਾਰੀ ਜਦੋਂ ਹੁਣ ਆਪਣੀ ਏਜ ਹੋ ਜਾਂਦੀ ਹੈ 40+ ਹੋ ਗਈ, 50+ ਹੋ ਗਈ ਹੈ ਨਾ, 60+ ਹੋ ਗਈ, ਕਈ ਵਾਰੀ ਜੀਅ ਕਰਦਾ ਹੁੰਦਾ ਅੰਦਰੋਂ ਵੀ ਕੁਛ ਨਵਾਂ ਕਰੀਏ ਹੈ ਨਾ, ਜਾਂ ਜਿਹੜੀਆਂ ਚੀਜ਼ਾਂ ਜ਼ਿੰਦਗੀ 'ਚ ਸ਼ਾਇਦ ਕਰਨੋਂ ਰਹਿ ਗਈਆਂ ਉਹ ਕਰ ਲਈਏ, ਕੋਈ ਹੌਬੀ ਪਰਸਿਊ ਕਰ ਲਈਏ, ਜਾਂ ਬਹੁਤ ਸਾਲ ਹੋ ਗਏ ਔਰ ਇੱਕੋ ਹੀ ਕੰਮ ਕਰੀ ਜਾਂਦੇ ਹਾਂ, ਹੁਣ ਕੁਛ ਨਵਾਂ ਕੁਛ ਕਰੀਏ। ਕਦੇ ਇਹ ਵੀ ਹੁੰਦਾ ਜੀ ਕਿ ਨਵੀਂ ਡਾਇਰੈਕਸ਼ਨ ਚੂਜ਼ ਕਰਨਾ ਲਾਈਕ ਕਦੇ ਲੇਟ ਵੀ ਹੁੰਦਾ, ਕੋਈ ਏਜ ਲਿਮਿਟ ਹੁੰਦੀ ਹੈ ਜਾਂ ਕੁਛ ਇੱਦਾਂ ਦਾ ਹੁੰਦਾ? There's not.
give me an example of what you want to do and what you want to miss. No, there's never. Oh, jad thoda man ban gaya, you can slowly, there's obviously there's ways, like I said, don't go quit your job and start doing that, but you can figure out how to integrate that in your life and make that transition. And kai log ki khush hain, Jasmine, they are happy, and there's nothing wrong with that. Just because you're changing something every 2 years doesn't make somebody better than the other. बिल्कुल. And people are blessed to do the same thing for 30 years. But if you're not doing it because of the illusion of safety, then obviously there's a problem. Because again, safety is an illusion. It's not. Hun thodi job, hun dekho Oracle ne abhi, I just heard like 30,000 employees they've laid off, and some of them have worked like 30 years. Yeah. Think about that. So safety is an illusion. Anything can change anytime. But अपने गुरबानी से निरपाओ, change आएगी, पर बिना डरे, when your mind is so strong, ਇਹੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਜਿਹੜਾ ਫਿਰ ਡਰ ਹੈ ਉਹ ਡਰ ਦੇ ਉੱਤੇ ਫਿਰ ਆਪਾਂ ਕਿਵੇਂ ਕਾਬੂ ਪਾ ਸਕਦੇ? it man jeete jag jeet. Again, it comes with practice, it comes with meditation. Spirituality has been a big part of me, like detaching myself from the result. ਹੁਣ ਮੈਂ ਜੋ ਵੀ ਕਰਨਾ ਹੈ ਮੈਂ ਇਹ ਸੋਚ ਕੇ ਕਰਨਾ ਕਿ ਰੱਬ ਕਰਾ ਰਿਹਾ ਤਾਂ ਮੈਂ ਕਰ ਰਹੀ ਹਾਂ, ਜਿੱਦਣ ਰੱਬ ਦਾ ਹੁਕਮ ਨਹੀਂ ਹੋਊਗਾ ਮੈਂ ਨਹੀਂ ਕਰੂੰਗੀ, ਜਿੰਨਾ ਸਕਸੈਸ ਮਿਲਣਾ ਉਹ ਮਿਲ ਜਾਏਗਾ, ਨਹੀਂ ਮਿਲਿਆ ਤਾਂ ਨਾ ਸੀ, ਬਟ ਮੈਂ ਇੰਜੋਏ ਕਰ ਰਹੀ ਹਾਂ, ਮੈਂ ਉਹ ਕਰ ਰਹੀ ਹਾਂ ਜੋ ਮੈਨੂੰ ਪੈਸ਼ਨ ਹੈ, ਜੋ ਮੈਂ ਫੁੱਲ ਆਪਣੇ ਐਫਰਟ ਨਾਲ ਕਰ ਰਹੀ ਹਾਂ. ਹੁਣ ਮੇਰੀ ਪਹਿਲੀ ਜੌਬ ਜਦੋਂ ਮੈਂ ਕੈਨੇਡਾ ਆਈ ਸੀ, I was 18 years old. I worked at Tim Hortons. Okay. I think I would scrub those tables clean like you wouldn't believe, And then, over the years, jobs change, careers change, businesses change, everything like over time. But I think that discipline was just me ke jo main karna main ਚੱਜ ਨਾਲ ਕਰਨਾ, ਨਹੀਂ ਮੈਂ ਨਹੀਂ ਕਰਨਾ. ਜੇ ਤੁਸੀਂ ਸ਼ਾਰਟਕਟ ਮਾਰ ਰਹੇ, ਰੱਬ ਨੂੰ ਵੀ ਪਤਾ ਸ਼ਾਰਟਕਟ ਮਾਰੇ, ਅੱਗੇ ਤੁਹਾਡੀ ਵਾਰੀ ਨਹੀਂ ਆਉਣੀ. ਜਿਹੜਾ ਬੰਦਾ honest ਬੰਦਾ ਹੈ ਉਹ ਸਭ recognize ਕਰਦੇ, ਚਾਹੇ ਤੁਹਾਡੇ ਮੂੰਹ ਤੇ ਨਾ ਬੋਲੇ. True. Everybody knows an honest worker as opposed to not an honest worker. So you have to do your part with integrity and discipline and leave the rest to God and ash karo. Anything in closing, Amrit? Don't take life so seriously. Aap aur rahe hain. It's a stage. We are all playing a part. And we're not even going to remember this. This is like, if you compare it to the whole existence of your soul, this is not even a single night's sleep. And if you ever feel ke main bahut hurt hai, main ego hai, there's a video on YouTube, it's called the Pale Blue Dot. Okay. That's a good way to make yourself feel very insignificant. Okay. So you'll realize we are nothing, doing nothing, here to do nothing, and appa kuch nahi ukhaadna. What's the name of the video again? I believe it's called Pale Blue Dot. Okay. It basically tells you we're a speck of a speck of a speck of a speck. And apni ego inni vaddi hai ke apa us to lost ho jana. Yes. Humility will go a long way. ਥੈਂਕ ਯੂ ਅੰਮ੍ਰਿਤ, ਥੈਂਕ ਯੂ ਸੋ ਮਚ. ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਇਹ ਐਕਸਪਲੇਨ ਕੀਤੀਆਂ ਨੇ, ਅਤੇ ਮੈਨੂੰ ਉਮੀਦ ਹੈ ਵੀ ਸਾਡੇ ਲਿਸਨਰਸ ਨੂੰ ਵੀ ਜ਼ਰੂਰ ਪਸੰਦ ਆਈਆਂ ਹੋਣਗੀਆਂ. ਪਰ ਥੈਂਕ ਯੂ, ਤੁਸੀਂ ਆਏ ਅਤੇ ਇੰਨੀ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ. ਥੈਂਕ ਯੂ, ਐਂਡ ਆਈ ਐਮ ਸੋ ਹੈਪੀ ਟੂ ਬੀ ਹੇਅਰ. ਥੈਂਕ ਯੂ.